सत श्री अकाल दोस्तों, स्वागत है ਤੁਹਾਡੇ ਆਪਣੇ चैनल पीबी पंजाबी कहानियां ते। अज ਤੁਹਾਡੇ ਲਈ ਲੈ के आए हैं एक नवीं पंजाबी कहानी। मेरे पति मेरे तो 15 साल ਵੱਡੇ सन। ਅਸੀਂ ਦੋਵੇਂ बहुत लड़ते सी। एक दिन मेरे पति ਨੂੰ ਅਧਰੰਗ हो गया। ਹੁਣ ਉਹ ਮੰਜੇ ਤੇ ਪਈ ਰੋਂਦੇ ਰਹਿੰਦੇ ਸੀ ਅਤੇ ਰੋਂਦੇ ਹੋਏ ਸਟੋਰ रूम ਵੱਲ ਇਸ਼ਾਰਾ ਕਰਦੇ ਰਹਿੰਦੇ। ਸਟੋਰ रूम ਵਿੱਚ ਜਾ ਕੇ ਦੇਖਿਆ ਤਾਂ ਉੱਥੇ ਕੋਈ ਵੀ नहीं सी। अचानक एक दिन मेरे पति की मौत हो गई। उसकी मौत नूं एक हफ्ता ही होया सी कि मैनू उसकी स्टोर वाल इशारे वाली गल याद आउण लगी। एक दिन नौकरानी काम ते ना आई तां मैं सोचा अज स्टोर रूम साफ करांगी। मैं उत्थे सफाई करन गई अते स्टोर रूम का दरवाजा खोलते ही मेरी जान निकल गई, क्योंकि स्टोर रूम की सफाई करते समय मैनू उत्थे आखदे ने कि रब सारियां नाल न्याय करदा है। कुछ लोगों नूं बिना मंगे ही इंसाफ मिल जाता है। मैं भी उन्हां लोकां विचों एक सी। मेरा नाम बबीता है। मैं बहुती सोहनी नहीं सी। मेरे मापिया ने मेरा ब्याह बहुत वड्डे आदमी नाल कीता जो एक बहुत वड्डी पोस्ट ते सी, पर मेरे तो 15 साल वड्डा सी अते उसदे सिर ते एक बाल भी नहीं सी। जदों असीं इकट्ठे बाहर जांदे तां लोग मैनू उसदी धी समझदे। ਉਹ ਮੈਨੂੰ ਜ਼ਿਆਦਾ ਖਾਣ ਲਈ ਕਹਿੰਦੇ ਸੀ ਤਾਂ ਕਿ ਮੇਰਾ ਵੀ ਭਾਰ ਵਧੇ ਅਤੇ ਮੈਂ ਵੀ ਉਸ ਵਾਂਗ ਬੁੱਢੀ ਦਿਖਾਂ। ਮੈਂ ਇੱਕ ਦਿਨ ਮਜ਼ਾਕ ਵਿੱਚ ਕਿਹਾ, ਤੁਸੀਂ ਭਾਰ ਕਿਉਂ ਨਹੀਂ ਘਟਾਉਂਦੇ? ਇਹ ਸੁਣ ਕੇ ਉਸ ਨੂੰ ਗੁੱਸਾ ਆ ਗਿਆ। ਉਸਨੇ ਮੇਰੀ ਗੱਲ ਤੇ ਜ਼ੋਰਦਾਰ ਥੱਪੜ ਮਾਰਿਆ। ਸਾਡੇ ਵਿਆਹ ਨੂੰ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਉਹਨਾਂ ਨੇ ਮੈਨੂੰ ਇੰਨਾ ਜ਼ੋਰ ਨਾਲ ਮਾਰਿਆ, ਮੈਂ ਜ਼ਮੀਨ ਤੇ ਡਿੱਗ ਪਈ। ਉਹਨਾਂ ਨੇ ਕਿਹਾ, ਜੇਕਰ ਤੁਸੀਂ ਔਰਤ ਹੋ ਤਾਂ ਔਰਤ ਬਣ ਕੇ ਰਹੋ, ਮੇਰੇ ਸਿਰ ਤੇ ਬੈਠਣ ਦੀ ਕੋਈ ਲੋੜ ਨਹੀਂ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਔਰਤਾਂ ਨੂੰ ਕਾਬੂ ਵਿੱਚ ਕਿਵੇਂ ਰੱਖਿਆ ਜਾਵੇ। ਇਸ ਘਰ ਵਿੱਚ ਤੁਸੀਂ ਮੇਰਾ ਖਾਂਦੇ ਹੋ, ਮੈਂ ਤੁਹਾਡੇ ਲਈ ਸਭ ਕੁਝ ਕਰਦਾ ਹਾਂ, ਤੁਹਾਨੂੰ ਮੇਰਾ ਮਜ਼ਾਕ ਉਡਾਉਣ ਦਾ ਕੋਈ ਹੱਕ ਨਹੀਂ ਹੈ। ਮੈਂ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਹੀ ਸੀ, ਪਰ ਉਸਨੇ ਮੇਰੀ ਛੋਟੀ ਜਿਹੀ ਗੱਲ ਦਾ ਬਹੁਤ ਬੁਰਾ ਮਨਾਇਆ ਅਤੇ ਕਈ ਦਿਨ ਮੈਨੂੰ ਤਾਨੇ ਮਾਰਦੇ ਰਹੇ। ਉਹ ਮੇਰੇ ਲਈ ਅਜਿਹੀਆਂ ਚੀਜ਼ਾਂ ਲਿਆਉਂਦੇ ਜਿਸ ਨਾਲ ਮੇਰਾ ਭਾਰ ਵੱਧ ਜਾਵੇ। ਕਦੇ ਉਹ ਮੇਰੇ ਲਈ ਪੀਜ਼ਾ ਲੈ ਆਉਂਦੇ ਤੇ ਕਦੇ 버ਗਰ। ਮੈਨੂੰ ਇਹ ਸਭ ਕੁਝ ਖਾਣ ਦੀ ਆਦਤ ਨਹੀਂ ਸੀ, ਇਸ ਕਰਕੇ ਮੇਰਾ ਮਿਹਦਾ ਖਰਾਬ ਹੋ ਗਿਆ। ਪਰ ਫਿਰ ਉਹ ਕਹਿਣ ਲੱਗੇ, ਜੇ ਤੁਸੀਂ ਖਾਓਗੇ ਤਾਂ ਇਹ ਚੀਜ਼ਾਂ ਖਾਓਗੇ, ਨਹੀਂ ਤਾਂ ਤੁਸੀਂ ਕੁਝ ਨਹੀਂ ਖਾਓਗੇ। ਗਲਤ ਚੀਜ਼ਾਂ ਖਾ ਕੇ ਮੇਰਾ ਭਾਰ ਵੱਧ ਗਿਆ। ਮੈਂ ਬਹੁਤ ਮੋਟੀ ਲੱਗਣ ਲੱਗੀ। ਮੈਨੂੰ ਸਾਰੇ ਕਹਿਣ ਲੱਗੇ, ਵਿਆਹ ਤੋਂ ਬਾਅਦ ਤੈਨੂੰ ਕੀ ਹੋਇਆ? ਪਹਿਲਾਂ ਤਾਂ ਤੂੰ ਬਹੁਤ ਸੋਹਣੀ ਲੱਗਦੀ ਸੀ, ਇੰਨੀ ਜਲਦੀ ਕਿਵੇਂ ਭਾਰ ਵੱਧ ਗਿਆ? ਮੇਰੇ ਨਾਲ ਕੀ ਹੋ ਰਿਹਾ ਸੀ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ। ਉਹ ਆਦਮੀ ਨੇ ਮੇਰੇ ਮਾਰਿਆ, ਮੈਨੂੰ ਮੇਰੇ ਮਾਤਾ ਪਿਤਾ ਅਤੇ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਕੀਤਾ। ਉਹ ਮੇਰੇ ਪਰਿਵਾਰਕ ਮੈਂਬਰਾਂ ਨੂੰ ਗਾਲਾਂ ਕੱਢਦੇ ਅਤੇ ਤਾਨੇ ਮਾਰਦੇ। ਪਤਨੀ ਹੋਣ ਦੇ ਨਾਤੇ ਉਹ ਮੇਰੀ ਬਿਲਕੁਲ ਵੀ ਇੱਜ਼ਤ ਨਹੀਂ ਕਰਦੇ। ਮੈਂ ਸੋਚਿਆ ਕਿ ਜੋ ਵੀ ਹੋਵੇ ਉਹ ਮੇਰੇ ਪਤੀ ਹਨ, ਉਹ ਮੇਰਾ ਖਰਚਾ ਜ਼ਰੂਰ ਚੁੱਕਦੇ ਸੀ, ਪਰ ਹੁਣ ਉਹਨਾਂ ਨੇ ਇਹ ਵੀ ਬੰਦ ਕਰ ਦਿੱਤਾ। ਮੈਨੂੰ ਕਹਿਣ ਲੱਗੇ, ਆਪਣੇ ਖਰਚੇ ਖੁਦ ਝੱਲੋ, ਮੇਰੇ ਕੋਲ ਤੁਹਾਡੇ ਲਈ ਪੈਸੇ ਨਹੀਂ ਹਨ। ਜੇਕਰ ਤੁਹਾਨੂੰ ਪੈਸੇ ਦੀ ਲੋੜ ਹੈ ਤਾਂ ਆਪਣੇ ਲਈ ਨੌਕਰੀ ਲੱਭੋ। ਜ਼ਿੰਦਗੀ ਦੀ ਸ਼ਾਂਤੀ ਕਿਤੇ ਗੁਆਚ ਗਈ ਸੀ। ਹਰ ਰੋਜ਼ ਉਹ ਕੋਈ ਨਾ ਕੋਈ ਹੰਗਾਮਾ ਕਰਦੇ। ਮੈਂ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਕਈ ਵਾਰ ਮੈਂ ਆਪਣੇ ਵਿਦਿਆਰਥੀਆਂ ਦੇ ਸਾਹਮਣੇ ਰੋਣ ਲੱਗ ਪੈਂਦੀ। ਜਦੋਂ ਮੈਂ ਉਹਨਾਂ ਨੂੰ ਆਪਣੇ ਪਤੀ ਬਾਰੇ ਦੱਸਦੀ ਤਾਂ ਉਹ ਸੁਣ ਕੇ ਹੈਰਾਨ ਰਹਿ ਜਾਂਦੇ। ਮੇਰੇ ਕੋਲ ਕੋਈ ਨਹੀਂ ਸੀ ਜਿਸ ਨਾਲ ਮੈਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੀ। ਮੇਰੇ ਪਤੀ ਦਾ ਮੰਨਣਾ ਸੀ, ਜਦੋਂ ਤੱਕ ਤੁਸੀਂ ਆਪਣੀ ਪਤਨੀ ਨੂੰ ਨਹੀਂ ਮਾਰਦੇ ਉਹ ਸਿੱਧੀ ਨਹੀਂ ਹੁੰਦੀ ਅਤੇ ਸਿਰ ਤੇ ਬੈਠ ਜਾਂਦੀ ਹੈ। ਇਸੇ ਲਈ ਮੈਂ ਆਪਣੀ ਪਤਨੀ ਨੂੰ ਬਿਨਾਂ ਕਿਸੇ ਕਾਰਨ ਮਾਰ ਦਿੰਦਾ ਹਾਂ। ਮੇਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਦੇ ਰਹਿੰਦੇ। ਸਾਡੇ ਕੋਈ ਬੱਚਾ ਵੀ ਨਹੀਂ ਸੀ। ਮੈਂ ਬਹੁਤ ਪਰੇਸ਼ਾਨ ਸੀ, ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ। ਮੈਂ ਸਾਰਿਆਂ ਨੂੰ ਝੂਠ ਬੋਲਦੀ ਕਿ ਸਭ ਕੁਝ ਠੀਕ ਚੱਲ ਰਿਹਾ ਹੈ, ਮੇਰੀ ਜ਼ਿੰਦਗੀ ਚੰਗੀ ਲੰਘ ਰਹੀ ਹੈ। ਪਤਾ ਨਹੀਂ ਮੇਰੇ ਮਾਪਿਆਂ ਨੇ ਮੇਰਾ ਵਿਆਹ ਅਜੇ ਆਦਮੀ ਨਾਲ ਕਿਉਂ ਕਰਵਾਇਆ। ਮੈਂ ਉਸ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੀ, ਉਸ ਦੀ ਹਰ ਪਸੰਦ ਨਾਪਸੰਦ ਦਾ ਧਿਆਨ ਰੱਖਦੀ। ਮੈਨੂੰ ਜੋ ਵੀ ਕਹਿੰਦੇ ਮੈਂ ਉਹੀ ਕਰਦੀ। ਮੈਂ ਉਹਨਾਂ ਦੀ ਹਰ ਗੱਲ ਮੰਨਦੀ। ਜੇ ਮੈਂ ਉਹਨਾਂ ਨੂੰ ਕਿਸੇ ਗੱਲ ਤੋਂ ਮਨਾ ਕਰ ਦਿੰਦੀ
ਤਾਂ ਉਹ ਮੇਰੇ ਨਾਲ ਗੁੱਸੇ ਹੋ ਜਾਂਦੇ। ਕਦੇ-ਕਦੇ ਮੈਂ ਸੋਚਦੀ ਕਿ ਉਹ ਕਿਸੇ ਹੋਰ ਨੂੰ ਪਸੰਦ ਕਰਦੇ ਹਨ ਜਾਂ ਕੋਈ ਹੋਰ ਗੱਲ ਹੈ। ਉਹ ਆਪਣਾ ਗੁੱਸਾ ਮੇਰੇ ਤੇ ਕੱਢਦੇ, ਕਿਉਂਕਿ ਮੇਰੇ ਤੇ ਗੁੱਸਾ ਕੱਢਣ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਬਾਹਰ ਚਲੇ ਜਾਂਦੇ। ਉਹਨਾਂ ਨਾਲ ਘੁੰਮਦੇ ਫਿਰਦੇ, ਹਾਸਾ ਮਜ਼ਾਕ ਕਰਦੇ ਅਤੇ ਬਹੁਤ ਖੁਸ਼ ਹੁੰਦੇ। ਉਹਨਾਂ ਦੇ ਦੋਸਤ ਜਦੋਂ ਵੀ ਸਾਡੇ ਘਰ ਆਉਂਦੇ ਤਾਂ ਮੇਰਾ ਸਾਰਾ ਦਿਨ ਖਾਣਾ ਬਣਾਉਂਦਾ ਵਿੱਚ ਲੰਘ ਜਾਂਦਾ। ਫਿਰ ਵੀ ਮੈਂ ਉਹਨਾਂ ਨੂੰ ਇਹ ਸੋਚ ਕੇ ਕੁਝ ਨਹੀਂ ਆਖਦੀ ਸੀ ਕਿ ਸ਼ਾਇਦ ਉਹ ਹੁਣ ਖੁਸ਼ ਹਨ, ਪਰ ਕਿਸੇ ਵੀ ਹਾਲ ਵਿੱਚ ਖੁਸ਼ ਹੋਣ ਵਾਲੇ ਨਹੀਂ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਕਈ ਵਾਰ ਮੈਨੂੰ ਲੱਗਦਾ ਕਿ ਮੈਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਜਾਂ ਕਿਸੇ ਨੇ ਮੇਰੇ ਤੇ ਕਾਲਾ ਜਾਦੂ ਕੀਤਾ ਹੈ, ਕਿਉਂਕਿ ਮੇਰੇ ਨਾਲ ਜੋ ਕੁਝ ਹੋ ਰਿਹਾ ਸੀ ਉਹ ਸਮਝ ਤੋਂ ਬਾਹਰ ਸੀ। ਮੇਰਾ ਪਤੀ ਜਿਸ ਦਫ਼ਤਰ ਵਿੱਚ ਕੰਮ ਕਰਦਾ ਸੀ ਉੱਥੇ ਬਹੁਤ ਰਿਸ਼ਵਤ ਲੈਂਦੇ ਸੀ। ਉਹ ਆਪਣਾ ਮੋਬਾਈਲ ਤੇ ਨਵੀਆਂ ਗੱਡੀਆਂ ਬਦਲਦਾ ਰਹਿੰਦਾ, ਆਪਣੇ ਲਈ ਵਧੀਆ ਚੀਜ਼ਾਂ ਲਿਆਉਂਦੇ, ਆਪਣਾ ਹਰ ਸ਼ੌਂਕ ਪੂਰਾ ਕਰਦੇ, ਪਰ ਉਸ ਨੂੰ ਮੇਰੇ ਖਰਚੇ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ। ਮੈਂ ਆਪਣੇ ਸਾਰੇ ਖਰਚੇ ਖੁਦ ਪੂਰੇ ਕਰਦੀ ਸੀ। ਹੁਣ ਤਾਂ ਸਾਡੇ ਇਲਾਕੇ ਵਿੱਚ ਵੀ ਪਤਾ ਲੱਗ ਗਿਆ ਸੀ ਕਿ ਇਹ ਬਹੁਤ ਲੜਦੇ ਹਨ, ਪਰ ਇੱਕ ਦਿਨ ਹੱਦ ਹੀ ਹੋ ਗਈ ਜਦੋਂ ਉਹ ਬਿਨਾਂ ਕਿਸੇ ਕਾਰਨ ਮੇਰੇ ਨਾਲ ਲੜਨ ਲੱਗੇ ਅਤੇ ਉੱਚੀ-ਉੱਚੀ ਬੋਲਣ ਲੱਗ ਪਏ। ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਮੇਰੇ ਲਈ ਚੰਗਾ ਖਾਣਾ ਬਣਾ ਦਿਓ ਅਤੇ ਤੁਸੀਂ ਦਾਲ ਤਿਆਰ ਕਰਕੇ ਰੱਖੀ ਹੈ। ਮੈਂ ਕਿਹਾ ਜੇ ਤੁਸੀਂ ਚੰਗਾ ਖਾਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਪੈਸੇ ਦਿਓ। ਮੇਰੇ ਕੋਲ ਪੈਸੇ ਨਹੀਂ ਹਨ ਅਤੇ ਮੈਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਹੈ। ਉਹ ਇਸ ਗੱਲ ਨੂੰ ਲੈ ਕੇ ਕਾਫੀ ਲੜੇ ਅਤੇ ਕਹਿਣ ਲੱਗੇ, ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ, ਮੈਂ ਤੁਹਾਨੂੰ ਪਸੰਦ ਨਹੀਂ ਕਰਦਾ। ਅੱਜ ਤੱਕ ਤੂੰ ਮੇਰੇ ਦਿਲ ਵਿੱਚ ਥਾਂ ਨਹੀਂ ਬਣਾਈ। ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਧਰ ਨੂੰ ਚਲੀ ਗਈ ਪਤਾ ਹੀ ਨਹੀਂ ਲੱਗਿਆ। ਉਹ ਕਹਿਣ ਲੱਗਾ, ਮੈਂ ਮਜਬੂਰੀ ਬਸ ਤੇਰੇ ਨਾਲ ਰਹਿ ਰਿਹਾ ਹਾਂ। ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ, ਜਿਸ ਕਰਕੇ ਉਸ ਦਾ BP ਵੱਧ ਗਿਆ ਅਤੇ ਉਸ ਨੂੰ ਦੌਰਾ ਪੈ ਗਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਰਾਤ ਦਾ ਸਮਾਂ ਸੀ, ਮੈਂ ਉਸ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਕਿਹਾ ਤੁਸੀਂ ਲੇਟ ਹੋ ਗਏ, ਤੁਹਾਡੇ ਪਤੀ ਨੂੰ ਅਧਰੰਗ ਹੋ ਗਿਆ ਹੈ। ਹੁਣ ਉਹ ਤੁਰ ਵੀ ਨਹੀਂ ਸਕਦਾ, ਨਾ ਹੀ ਬੋਲ ਸਕਦਾ ਹੈ। ਉਸ ਦਾ ਸਾਰਾ ਸਰੀਰ ਬੇਕਾਰ ਹੋ ਗਿਆ ਹੈ। ਉਹ ਸਿਰਫ ਆਪਣੀਆਂ ਦੋਵੇਂ ਅੱਖਾਂ ਅਤੇ 3 ਤੋਂ 4 ਉਂਗਲਾਂ ਹੀ ਹਿਲਾ ਸਕਦੇ ਹਨ। ਮੇਰੇ ਪਤੀ ਨੇ ਗੁੱਸੇ ਵਿੱਚ ਆ ਕੇ ਆਪਣਾ ਨੁਕਸਾਨ ਕਰ ਲਿਆ। ਇਸ ਕਾਰਨ ਉਸ ਦਾ BP ਵੱਧ ਗਿਆ ਅਤੇ ਉਸ ਨੂੰ ਅਧਰੰਗ ਦਾ ਦੌਰਾ ਪਿਆ। 1 ਹਫ਼ਤਾ ਅਸੀਂ ਹਸਪਤਾਲ ਵਿੱਚ ਰਹੇ, ਫਿਰ ਘਰ ਆ ਗਏ। ਹੁਣ ਮੈਂ ਉਹਨਾਂ ਨੂੰ ਸੰਭਾਲ ਰਹੀ ਸੀ। ਉਹ ਬੋਲ ਵੀ ਨਹੀਂ ਸਕਦੇ ਸਨ, ਨਾ ਹੀ ਹਿੱਲ ਸਕਦੇ ਸੀ, ਪਰ ਫਿਰ ਵੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਹੋਇਆ। ਮੈਂ ਵੀ ਇਸ ਸਭ ਤੋਂ ਖੁਸ਼ ਨਹੀਂ ਸੀ। ਉਹ ਜਿਹੋ ਜਿਹਾ ਵੀ ਸੀ, ਮੇਰਾ ਪਤੀ ਸੀ। ਪਤਨੀ ਕਦੇ ਵੀ ਆਪਣੇ ਪਤੀ ਦਾ ਬੁਰਾ ਨਹੀਂ ਸੋਚ ਸਕਦੀ ਕਿ ਉਸ ਨਾਲ ਅਜਿਹਾ ਕੁਝ ਵਾਪਰੇ, ਪਤੀ ਚਾਹੇ ਕਿਹੋ ਜਿਹਾ ਵੀ ਹੋਵੇ। ਸਾਡੇ ਘਰ ਵੀ ਹੁਣ ਪੈਸਿਆਂ ਦੀ ਸਮੱਸਿਆ ਆਉਣ ਲੱਗੀ। ਮੈਂ ਨੌਕਰੀ ਕਰਾਂ ਕਿ ਘਰ ਦਾ ਕੰਮ ਕਰਾਂ ਅਤੇ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਸੀ। ਹੁਣ ਉਸ ਦੀਆਂ ਅੱਖਾਂ ਖੁੱਲ ਗਈਆਂ ਸਨ। ਉਹ ਸੋਚਣ ਲੱਗਾ ਕਿ ਮੈਂ ਮੇਰੀ ਪਤਨੀ ਨਾਲ ਇੰਨਾ ਬੁਰਾ ਕੀਤਾ, ਉਸ ਤੇ ਗੁੱਸਾ ਕਰਦਾ ਰਿਹਾ। ਇਸ ਸਮੇਂ ਉਹ ਮੇਰਾ ਬਹੁਤ ਧਿਆਨ ਰੱਖ ਰਹੀ ਸੀ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਅਜੀਬ ਇਸ਼ਾਰਾ ਦਿੱਤਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੈਨੂੰ ਕੀ ਕਹਿ ਰਿਹਾ ਸੀ। ਉਸਨੇ ਆਪਣੀ ਉਂਗਲ ਨਾਲ ਇਸ਼ਾਰਾ ਕੀਤਾ। ਮੈਂ ਸੋਚਿਆ ਉਹ ਕਹਿ ਰਿਹਾ ਹੈ ਕਿ ਮੈਂ ਬਾਥਰੂਮ ਜਾਣਾ ਹੈ ਜਾਂ ਮੈਨੂੰ ਭੁੱਖ ਲੱਗੀ ਹੈ, ਪਰ ਅੱਜ ਉਸਨੇ ਜੋ ਇਸ਼ਾਰਾ ਕੀਤਾ ਉਹ ਵੱਖਰਾ ਸੀ। ਉਹ ਸਟੋਰ ਰੂਮ ਵੱਲ ਇਸ਼ਾਰਾ ਕਰ ਰਿਹਾ ਸੀ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਸਨੇ ਸਟੋਰ ਰੂਮ ਜਾਣਾ ਹੈ। ਮੈਂ ਉਸ ਨੂੰ ਪੁੱਛਿਆ, ਕੀ ਹੋਇਆ, ਤੁਸੀਂ ਸਟੋਰ ਵੱਲ ਕਿਉਂ ਇਸ਼ਾਰਾ ਕਰ ਰਹੇ ਹੋ? ਤੁਸੀਂ ਸਟੋਰ ਰੂਮ ਜਾਣਾ ਚਾਹੁੰਦੇ ਹੋ? ਤਾਂ ਉਸਨੇ ਇਨਕਾਰ ਕਰ ਦਿੱਤਾ। ਮੈਂ ਘਰ ਵਿੱਚ ਇੱਕ ਨੌਕਰਾਣੀ ਰੱਖ ਲਈ ਸੀ, ਕਿਉਂਕਿ ਮੈਂ ਅੱਧਾ ਦਿਨ ਘਰੋਂ ਬਾਹਰ ਰਹਿੰਦੀ ਸੀ ਅਤੇ ਆਪਣੀ ਨੌਕਰੀ ਨਹੀਂ ਛੱਡ ਸਕਦੀ ਸੀ। ਜੇ ਮੈਂ ਕੰਮ ਨਹੀਂ ਕਰਾਂਗੀ ਤਾਂ ਘਰ ਦਾ ਖਰਚਾ ਕਿਵੇਂ ਪੂਰਾ ਹੋਵੇਗਾ? ਇਸ ਲਈ ਮੈਂ ਇੱਕ ਨੌਕਰਾਣੀ ਰੱਖ ਲਈ। ਦਫ਼ਤਰ ਵਾਲਿਆਂ ਨੇ ਮੇਰੇ ਪਤੀ ਦੇ ਖਾਤੇ ਵੀ ਕਲੀਅਰ ਕਰ ਦਿੱਤੇ ਸਨ। ਹੁਣ ਉਹ ਕੰਮ ਤੇ ਨਹੀਂ ਜਾ ਸਕਦੀ ਸੀ, ਜਿਸ ਕਾਰਨ ਉਸ ਦੀ ਤਨਖਾਹ ਵੀ ਆਉਣੀ ਬੰਦ ਹੋ ਗਈ ਸੀ ਅਤੇ ਹੁਣ ਤੱਕ ਦੀ ਉਸ ਦੀ ਤਨਖਾਹ ਅਤੇ ਫੰਡ ਮਿਲਣ ਵਿੱਚ ਕੁਝ ਸਮਾਂ ਲੱਗਣਾ ਸੀ। ਜਦੋਂ ਮੈਂ ਉਹਨਾਂ ਨੂੰ ਫੋਨ ਕਰਦੀ ਤਾਂ ਉਹ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ। ਸਾਨੂੰ ਉਹ ਪੈਸੇ ਵੀ ਨਹੀਂ ਮਿਲ ਰਹੇ ਸਨ ਅਤੇ ਮੇਰੇ ਪਤੀ ਦੀ ਨੌਕਰੀ ਇਹੋ ਜਿਹੀ ਸੀ ਕਿ ਉਸ ਨੂੰ ਬਹੁਤ ਸਾਰੇ ਲੋਕ ਜਾਣਦੇ ਸਨ ਅਤੇ ਉਸ ਤੋਂ ਡਰਦੇ ਸਨ। ਉਸ ਦੇ ਦਸਤਕ ਤੋਂ ਬਿਨਾਂ ਫਾਈਲ ਪੂਰੀ ਨਹੀਂ ਹੁੰਦੀ ਸੀ, ਇਸ ਲਈ ਉਹ ਉਸ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਦਿੰਦੇ ਸਨ। ਉਸ ਦੇ ਕੁਝ ਰਿਸ਼ਤੇਦਾਰ ਜੋ ਪਹਿਲਾਂ ਪੈਸਿਆਂ ਕਾਰਨ
ਉਸਦੇ ਆਲੇ ਦੁਆਲੇ ਰਹਿੰਦੇ ਸਨ, ਪਰ ਜਿਵੇਂ ਹੀ ਉਸਦਾ ਮਾੜਾ ਸਮਾਂ ਆਇਆ ਸਭ ਨੇ ਉਸਨੂੰ ਛੱਡ ਦਿੱਤਾ। ਹੁਣ ਉਸਨੂੰ ਅਹਿਸਾਸ ਹੋਇਆ ਕਿ ਮੇਰੀ ਪਤਨੀ ਮੇਰੇ ਬੁਰੇ ਸਮੇਂ ਵਿੱਚ ਵੀ ਮੇਰੇ ਨਾਲ ਹੈ। ਉਹ ਰੋਜ਼ ਰਾਤ ਨੂੰ ਸਟੋਰ ਵੱਲ ਇਸ਼ਾਰਾ ਕਰਦਾ ਅਤੇ ਰੋਂਦਾ। ਮੈਂ ਉਸ ਨੂੰ ਦੇਖ ਕੇ ਰੋਂਦੀ ਰਹਿੰਦੀ ਕਿਉਂਕਿ ਮੈਂ ਉਸ ਦੀ ਅਜਿਹੀ ਹਾਲਤ ਨਹੀਂ ਦੇਖ ਸਕਦੀ ਸੀ। ਸਾਡੇ ਵਿਆਹ ਨੂੰ 5 ਸਾਲ ਹੋ ਗਏ ਸਨ ਅਤੇ ਇਹਨਾਂ 5 ਸਾਲਾਂ ਵਿੱਚ ਉਸਨੇ ਮੈਨੂੰ ਸ਼ਾਂਤੀ ਦਾ ਸਾਹ ਨਹੀਂ ਲੈਣ ਦਿੱਤਾ। ਹਰ ਰੋਜ਼ ਮੇਰਾ ਖੂਨ ਮਚਾਉਂਦਾ ਤੇ ਮੈਨੂੰ ਉਸਨੇ ਬਹੁਤ ਤਕਲੀਫ ਦਿੱਤੀ ਸੀ, ਪਰ ਮੈਂ ਉਸ ਨੂੰ ਮਾਫ ਕਰ ਦਿੱਤਾ। ਸ਼ਾਇਦ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਸੀ। ਮੈਂ ਉਸ ਨੂੰ ਹੋਰ ਸਜ਼ਾ ਨਹੀਂ ਦੇਣਾ ਚਾਹੁੰਦੀ ਸੀ। ਉਹ ਰੋਂਦਾ ਰਹਿੰਦਾ ਅਤੇ ਬਾਰ-ਬਾਰ ਇਸ਼ਾਰਾ ਕਰਦਾ। ਮੈਂ ਉਸ ਦੇ ਇਸ਼ਾਰੇ ਤੇ ਜਾਗ ਕੇ ਦੇਖਦੀ, ਪਰ ਮੈਨੂੰ ਉੱਥੇ ਕੁਝ ਵੀ ਨਹੀਂ ਮਿਲਦਾ। ਨਾ ਉਸ ਦਾ ਕੋਈ ਚੀਜ਼ ਉੱਥੇ ਸੀ ਤੇ ਨਾ ਹੀ ਕੋਈ ਹੋਰ ਚੀਜ਼ ਜਿਹੜੀ ਉਸ ਨੂੰ ਚਾਹੀਦੀ ਹੋਵੇ। ਹੁਣ ਬਾਰ-ਬਾਰ ਕੋਈ ਇਨਸਾਨ ਇੱਕ ਚੀਜ਼ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਦਾ ਮਤਲਬ ਕੋਈ ਗੱਲ ਤਾਂ ਜ਼ਰੂਰ ਹੈ, ਪਰ ਮੈਂ ਸਮਝ ਨਹੀਂ ਪਾ ਰਹੀ ਸੀ। ਇੱਕ ਦਿਨ ਉਸ ਦੀ ਚਚੇਰੀ ਭੈਣ ਸਾਡੇ ਘਰ ਆ ਗਈ। ਹੈਰਾਨੀ ਵਾਲੀ ਗੱਲ ਹੈ ਕਿ ਉਹ ਉਸ ਨੂੰ ਨਹੀਂ ਮਿਲੀ, ਪਰ ਮੇਰੇ ਨਾਲ ਅਜੀਬ ਗੱਲਾਂ ਕਰ ਰਹੀ ਸੀ। ਕਹਿਣ ਲੱਗੀ ਕਿ ਤੇਰੇ ਪਤੀ ਦੀ ਤਨਖਾਹ ਅਤੇ ਫੰਡ ਦੇ ਪੈਸੇ ਕਦੋਂ ਮਿਲਣਗੇ। ਮੈਂ ਕਿਹਾ ਪਤਾ ਨਹੀਂ, ਮੈਂ ਹਰ ਰੋਜ਼ ਫੋਨ ਕਰਦੀ ਹਾਂ, ਉਹ ਲੋਕ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਹਨ। ਕਹਿਣ ਲੱਗੀ ਬਹੁਤ ਸਾਰਾ ਪੈਸਾ ਮਿਲੂਗਾ, ਤੁਸੀਂ ਇੰਨੇ ਪੈਸੇ ਦਾ ਕੀ ਕਰੋਗੇ। ਮੈਂ ਕਿਹਾ ਮੈਂ ਆਪਣੇ ਪਤੀ ਦਾ ਇਲਾਜ ਕਰਵਾਵਾਂਗੀ। ਹੋ ਸਕਦਾ ਹੈ ਕਿ ਉਸ ਦਾ ਇਲਾਜ ਕਿਸੇ ਹੋਰ ਸ਼ਹਿਰ ਵਿੱਚ ਹੋ ਸਕਦਾ ਹੋਵੇ। ਤਾਂ ਮੈਨੂੰ ਪੁੱਛਣ ਲੱਗੀ ਕਿ ਤੁਹਾਡੇ ਪਤੀ ਨੇ ਦੂਜਾ ਵਿਆਹ ਤਾਂ ਨਹੀਂ ਕਰਵਾਇਆ ਹੋਇਆ। ਮੈਂ ਕਿਹਾ ਕਿ ਮੈਨੂੰ ਨਹੀਂ ਪਤਾ, ਪਰ ਉਸਨੇ ਮੈਨੂੰ ਆਪਣੇ ਪੈਸੇ ਕਦੇ ਨਹੀਂ ਦਿੱਤੇ। ਉਹ ਕਹਿਣ ਲੱਗੀ ਫਿਰ ਤਾਂ ਉਸਨੇ ਪੱਕਾ ਦੂਜਾ ਵਿਆਹ ਕਰਵਾਇਆ ਹੋਵੇਗਾ। ਮੈਂ ਕਿਹਾ ਜੇ ਅਜਿਹਾ ਹੁੰਦਾ ਤਾਂ ਉਹ ਔਰਤ ਹੁਣ ਤੱਕ ਇੱਥੇ ਆ ਜਾਂਦੀ, ਪਰ ਮੇਰੇ ਪਤੀ ਨੇ ਮੈਨੂੰ ਅਜਿਹਾ ਕੁਝ ਵੀ ਨਹੀਂ ਦੱਸਿਆ ਅਤੇ ਨਾ ਹੀ ਉਸਨੇ ਮੇਰੇ ਤੋਂ ਲੁਕੋ ਕੇ ਦੂਜਾ ਵਿਆਹ ਕੀਤਾ। ਉਸਨੇ ਕਿਹਾ ਤੁਸੀਂ ਝੂਠ ਬੋਲ ਰਹੇ ਹੋ, ਉਸ ਦੀ ਸਾਰੀ ਦੌਲਤ ਤੇਰੇ ਕੋਲ ਹੀ ਹੈ। ਉਹ ਕਈ ਲੋਕਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਂਦਾ ਸੀ, ਉਹ ਤੇਰੇ ਤੇ ਹੀ ਉਡਾਉਂਦਾ ਹੋਵੇਗਾ। ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ ਦੇਖੋ ਮੈਂ ਆਪ ਕੰਮ ਕਰਦੀ ਹਾਂ, ਚਾਹੇ ਠੰਡ ਹੋਵੇ ਜਾਂ ਗਰਮੀ ਜਾਂ ਮੇਰੀ ਸਿਹਤ ਖਰਾਬ ਹੋਵੇ, ਮੈਂ ਆਪਣੀ ਨੌਕਰੀ ਤੇ ਜ਼ਰੂਰ ਜਾਂਦੀ ਹਾਂ। 1 ਮਹੀਨੇ ਵਿੱਚ 30 ਦਿਨ ਕੰਮ ਕਰਨ ਤੋਂ ਬਾਅਦ ਮੈਨੂੰ ਸਿਰਫ 30,000 ਮਿਲਦੇ ਹਨ ਅਤੇ ਉਹ ਵੀ ਘਰ ਦੇ ਖਰਚਿਆਂ ਵਿੱਚ ਖਤਮ ਹੋ ਜਾਂਦੇ ਹਨ। ਜੇ ਤੈਨੂੰ ਉਸ ਦੇ ਪੈਸੇ ਚਾਹੀਦੇ ਹਨ ਤੂੰ ਖੁਦ ਲੱਭ ਲੈ, ਉਸ ਦੇ ਪੈਸੇ ਵੀ ਤੇ ਉਸ ਦੀ ਦੂਜੀ ਪਤਨੀ ਵੀ। ਜੇ ਮਿਲ ਜਾਵੇ ਤਾਂ ਮੈਨੂੰ ਵੀ ਦੱਸ ਦੇਵੀਂ। ਉਸ ਨੇ ਕਿਹਾ ਤੂੰ ਵੀ ਬੇਅਕਲ ਹੈ ਤੇ ਤੇਰਾ ਪਤੀ ਵੀ ਏਦਾਂ ਦਾ ਹੀ ਸੀ, ਇਸ ਲਈ ਅੱਜ ਇਸ ਹਾਲਤ ਵਿੱਚ ਹੈ। ਵੇਖੀ ਕਿਤੇ ਤੂੰ ਵੀ ਇਸੇ ਹਾਲਤ ਵਿੱਚ ਨਾ ਪਹੁੰਚ ਜਾਵੇਂ। ਅੱਜ ਉਹ ਲੋਕਾਂ ਤੇ ਨਿਰਭਰ ਹੈ, ਕੱਲ ਤੂੰ ਵੀ ਨਿਰਭਰ ਨਾ ਹੋ ਜਾਵੇਂ। ਜੇਕਰ ਅਜਿਹਾ ਹੋ ਗਿਆ ਤਾਂ ਤੁਹਾਡੇ ਦੋਹਾਂ ਦੀ ਦੇਖਭਾਲ ਕੌਣ ਕਰੇਗਾ। ਤੁਸੀਂ ਤਾਂ ਤੜਪ ਤੜਪ ਕੇ ਮਰ ਜਾਓਗੇ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਕਿਹੋ ਜਿਹੀਆਂ ਦੁਨੀਆ ਹੈ। ਇਹ ਲੋਕ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਦੇ। ਮੈਂ ਫਿਰ ਵੀ ਉਸ ਨੂੰ ਸਤਿਕਾਰ ਨਾਲ ਕਿਹਾ ਕਿ ਤੁਸੀਂ ਇੱਥੋਂ ਜਾ ਸਕਦੇ ਹੋ। ਫਿਰ ਉਹ ਸਾਡੇ ਘਰੋਂ ਚਲੀ ਗਈ। ਮੈਂ ਆਪਣੇ ਪਤੀ ਨੂੰ ਸਭ ਕੁਝ ਦੱਸਿਆ। ਉਹ ਵੀ ਸੁਣ ਰਿਹਾ ਸੀ, ਸਭ ਸਮਝ ਰਿਹਾ ਸੀ ਤੇ ਰੋ ਵੀ ਰਿਹਾ ਸੀ। ਉਹ ਸ਼ਾਇਦ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ, ਪਰ ਹੁਣ ਉਹ ਬੋਲ ਨਹੀਂ ਸਕਦਾ ਸੀ। ਅਗਲੇ ਦਿਨ ਮੈਂ ਡਾਕਟਰ ਤੋਂ ਚੈੱਕਅਪ ਕਰਵਾਇਆ। ਡਾਕਟਰ ਨੇ ਕਿਹਾ ਕਿ ਉਸ ਦੇ ਠੀਕ ਹੋਣ ਦੀ ਉਮੀਦ ਘੱਟ ਹੈ। ਹੁਣ ਇਹ ਇੰਜ ਹੀ ਕਰੇਗਾ, ਅੱਗੇ ਪਰਮਾਤਮਾ ਦੀ ਇੱਛਾ। ਪਰ ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਕਿਸੇ ਹੋਰ ਡਾਕਟਰ ਨੂੰ ਦਿਖਾ ਸਕਦੇ ਹੋ ਜਾਂ ਕਿਸੇ ਹੋਰ ਸ਼ਹਿਰ ਵਿੱਚ ਲੈ ਜਾ ਸਕਦੇ ਹੋ। ਡਾਕਟਰ ਹਰ ਮਹੀਨੇ ਆ ਕੇ ਜਾਂਚ ਕਰਦੇ ਸਨ, ਪਰ ਕੋਈ ਚੰਗੀ ਖਬਰ ਨਹੀਂ ਸੀ। ਪਰ ਮੇਰਾ ਪਤੀ ਬਾਰ-ਬਾਰ ਸਟੋਰ ਰੂਮ ਵੱਲ ਇਸ਼ਾਰਾ ਕਰਦਾ ਰਹਿੰਦਾ ਅਤੇ ਮੈਂ ਸਮਝ ਨਹੀਂ ਸਕੀ ਕਿ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਬਸ ਰੋਂਦਾ ਰਹਿੰਦਾ। ਡਾਕਟਰ ਕਹਿੰਦਾ ਜੇਕਰ ਉਹ ਰੋਂਦੇ ਰਹਿਣਗੇ ਤਾਂ ਉਹਨਾਂ ਦੀਆਂ ਅੱਖਾਂ ਵੀ ਖਰਾਬ ਹੋ ਜਾਣਗੀਆਂ ਅਤੇ ਦਵਾਈ ਵੀ ਅਸਰ ਨਹੀਂ ਕਰੇਗੀ। ਮੈਂ ਉਹਨਾਂ ਨੂੰ ਸਮਝਾਉਂਦੀ ਤੇ ਕਹਿੰਦੀ ਕਿ ਤੁਸੀਂ ਰੋਇਆ ਨਾ ਕਰੋ, ਸਬਰ ਰੱਖੋ। ਇੱਕ ਦਿਨ ਜਦੋਂ ਮੈਂ ਸਵੇਰੇ ਉਹਨਾਂ ਨੂੰ ਜਗਾਉਣ ਗਈ ਤਾਂ ਮੈਂ ਦੇਖਿਆ ਕਿ ਉਹ ਜਾਗ ਨਹੀਂ ਰਹੇ ਸਨ। ਉਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਉਹ ਇਸ ਦੁਨੀਆ ਵਿੱਚ ਨਹੀਂ ਰਹੇ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਡਾਕਟਰ ਨੂੰ ਬੁਲਾਇਆ। ਉਹਨਾਂ ਨੇ ਕਿਹਾ ਉਹ ਪਹਿਲਾਂ ਹੀ ਗੁਜ਼ਰ ਚੁੱਕੇ ਹਨ ਅਤੇ ਇਹ ਉਸ ਦੇ ਲਈ ਚੰਗਾ ਹੋਇਆ ਕਿਉਂਕਿ ਉਸਨੇ ਜੀਣ ਦੀ ਉਮੀਦ ਛੱਡ ਦਿੱਤੀ ਸੀ ਅਤੇ ਉਹ ਬਹੁਤ
ਦੁਖੀ ਸੀ। ਚੰਗਾ ਹੋਇਆ ਪਰਮਾਤਮਾ ਨੇ ਉਹਨਾਂ ਨੂੰ ਬੁਲਾ ਲਿਆ। ਇਹ ਸੁਣ ਕੇ ਮੈਂ ਬਹੁਤ ਹੈਰਾਨ ਹੋ ਗਈ ਤੇ ਰੋਣ ਲੱਗ ਪਈ, ਜਿਵੇਂ ਵੀ ਉਹ ਸਨ ਆਖਰਕਾਰ ਮੇਰਾ ਪਤੀ ਸਨ। ਉਹਨਾਂ ਨੇ ਮੇਰੇ ਨਾਲ ਜੋ ਵੀ ਕੀਤਾ, ਪਰ ਉਹਨਾਂ ਨੂੰ ਵੀ ਜੀਣ ਦਾ ਹੱਕ ਸੀ। ਮੈਂ ਉਸ ਦਾ ਸੰਸਕਾਰ ਪੂਰੀਆਂ ਰਸਮਾਂ ਨਾਲ ਕੀਤਾ। ਮੈਂ ਕੁਝ ਸਮੇਂ ਤੋਂ ਕੰਮ ਤੇ ਨਹੀਂ ਗਈ। ਮੈਂ ਘਰ ਹੀ ਰਹਿੰਦੀ ਸੀ ਅਤੇ ਘਰ ਵਿੱਚ ਇੱਕ ਨੌਕਰਾਨੀ ਮੇਰੇ ਨਾਲ ਰਹਿੰਦੀ ਸੀ। ਘਰ ਦਾ ਸਾਰਾ ਕੰਮ ਉਹ ਹੀ ਕਰਦੀ ਸੀ। ਖਾਣਾ ਬਣਾਉਣਾ, ਸਫਾਈ ਕਰਨਾ, ਕੱਪੜੇ ਧੋਣੇ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰਾ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾ ਸੀ। ਇੱਕ ਦਿਨ ਕਿਸੇ ਨੇ ਦਰਵਾਜ਼ਾ ਖੜਕਾਇਆ ਅਤੇ ਨੌਕਰਾਨੀ ਨੇ ਆ ਕੇ ਦੱਸਿਆ ਕਿ ਕੋਈ ਔਰਤ ਮੈਨੂੰ ਮਿਲਣਾ ਚਾਹੁੰਦੀ ਹੈ। ਉਸ ਦੇ ਨਾਲ ਬੱਚੇ ਵੀ ਹਨ। ਮੈਂ ਕਿਹਾ ਉਸ ਦਾ ਨਾਮ ਕੀ ਹੈ? ਉਸਨੇ ਮੈਨੂੰ ਉਸ ਦਾ ਨਾਮ ਦੱਸਿਆ। ਮੈਂ ਕਿਹਾ ਕਿ ਮੈਂ ਇਸ ਨਾਂ ਦੀ ਕਿਸੇ ਔਰਤ ਨੂੰ ਨਹੀਂ ਜਾਣਦੀ। ਚਲੋ ਤੁਸੀਂ ਉਸ ਨੂੰ ਬਾਹਰ ਬਿਠਾਓ, ਮੈਂ ਆ ਰਹੀ ਹਾਂ। ਅਤੇ ਜਦੋਂ ਮੈਂ ਬਾਹਰ ਆਈ ਤਾਂ ਮੈਂ ਸੱਚਮੁੱਚ ਉਸ ਔਰਤ ਨੂੰ ਨਹੀਂ ਜਾਣਦੀ ਸੀ ਅਤੇ ਨਾ ਹੀ ਮੈਂ ਉਸ ਦੇ ਬੱਚਿਆਂ ਨੂੰ ਕਿਤੇ ਦੇਖਿਆ ਸੀ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਉਸਨੇ ਕਿਹਾ, ਮੈਂ ਤੇਰੇ ਪਤੀ ਦੀ ਦੂਜੀ ਪਤਨੀ ਹਾਂ। ਹੁਣ ਉਹ ਮਰ ਗਿਆ ਹੈ। ਮੈਂ ਆਪਣਾ ਅਤੇ ਆਪਣੇ ਬੱਚਿਆਂ ਦਾ ਹਿੱਸਾ ਲੈਣ ਆਈ ਹਾਂ। ਤੁਹਾਡੇ ਪਤੀ ਨੇ 3 ਸਾਲ ਪਹਿਲਾਂ ਮੇਰੇ ਨਾਲ ਚੋਰੀ ਛਿਪੇ ਵਿਆਹ ਕਰਵਾਇਆ ਸੀ ਅਤੇ 3 ਸਾਲਾਂ ਵਿੱਚ ਮੇਰੇ 2 ਬੱਚੇ ਹਨ। ਹੁਣ ਮੈਂ ਤੁਹਾਡੇ ਕੋਲ ਆਪਣਾ ਹੱਕ ਮੰਗਣ ਆਈ ਹਾਂ। ਇਹ ਸੁਣ ਕੇ ਮੈਨੂੰ ਉਸ ਔਰਤ ਦਾ ਖਿਆਲ ਆਇਆ ਜੋ ਉਸ ਦਿਨ ਸਾਡੇ ਘਰ ਆਈ ਸੀ। ਭਾਵ ਉਹ ਗਲਤ ਨਹੀਂ ਕਹਿ ਰਹੀ ਸੀ ਅਤੇ ਉਸ ਦੇ ਹੋਰ ਰਿਸ਼ਤੇਦਾਰ ਵੀ ਠੀਕ ਸਮਝਦੇ ਸਨ। ਮੈਂ ਕਿਹਾ, ਤੈਨੂੰ ਸ਼ਰਮ ਨਹੀਂ ਆਉਂਦੀ ਵਿਆਹੁਤਾ ਨਾਲ ਵਿਆਹ ਕਰਵਾ ਕੇ? ਉਸਨੇ ਕਿਹਾ, ਇਸ ਵਿੱਚ ਮੇਰਾ ਕੀ ਕਸੂਰ ਹੈ? ਉਹ ਤੈਨੂੰ ਪਸੰਦ ਨਹੀਂ ਕਰਦਾ ਸੀ ਅਤੇ ਮੈਂ ਬਹੁਤ ਸੋਹਣੀ ਹਾਂ। ਉਹ ਮੇਰੇ ਮਗਰ ਹੀ ਪੈ ਗਿਆ ਅਤੇ ਮੇਰੇ ਨਾਲ ਵਿਆਹ ਕਰ ਲਿਆ। ਮੈਂ ਕਿਹਾ, ਮੈਂ ਵੀ ਸੋਹਣੀ ਸੀ, ਪਰ ਉਸਨੇ ਜਾਣ ਬੁੱਝ ਕੇ ਮੈਨੂੰ ਬਦਸੂਰਤ ਬਣਾ ਦਿੱਤਾ। ਉਸਨੇ ਕਿਹਾ ਕਿ ਉਹ ਅਜਿਹਾ ਕਿਉਂ ਕਰੇਗਾ? ਹੋ ਸਕਦਾ ਹੈ ਕਿ ਤੁਹਾਡੀ ਕਿਸਮਤ ਹੀ ਮਾੜੀ ਸੀ। ਖੈਰ, ਇਹਨਾਂ ਗੱਲਾਂ ਨੂੰ ਛੱਡੋ। ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ। ਮੈਨੂੰ ਮੇਰਾ ਹਿੱਸਾ ਦੇ ਦਿਓ। ਮੈਂ ਕਿਹਾ। ਉਸਨੇ ਮੇਰੇ ਕੋਲ ਕੁਝ ਨਹੀਂ ਛੱਡਿਆ। ਮੈਂ ਆਪਣੇ ਖਰਚੇ ਵੀ ਆਪਣੀ ਨੌਕਰੀ ਨਾਲ ਚਲਾਉਂਦੀ ਹਾਂ ਅਤੇ ਉਸ ਦੇ ਫੰਡ ਅਤੇ ਤਨਖਾਹ ਅਜੇ ਤੱਕ ਮਿਲੇ ਨਹੀਂ ਹਨ। ਜਦੋਂ ਮੈਨੂੰ ਇਹ ਮਿਲ ਗਏ, ਮੈਂ ਤੁਹਾਨੂੰ ਇਸ ਦਾ ਅੱਧਾ ਹਿੱਸਾ ਦੇ ਦਿਆਂਗੀ ਅਤੇ ਬਾਕੀ ਇਹ ਘਰ ਦੀ ਗੱਲ ਹੈ ਤਾਂ ਇਹ ਘਰ ਕਿਰਾਏ ਦਾ ਹੈ। ਮੈਂ ਚਲਾਉਂਦੀ ਹਾਂ। ਇਸ ਘਰ ਨੂੰ ਤੁਹਾਡੇ ਪਤੀ ਨਹੀਂ ਚਲਾਉਂਦੇ ਸਨ। ਉਸਨੇ ਮੈਨੂੰ ਕਦੇ ਪੈਸੇ ਵੀ ਨਹੀਂ ਦਿੱਤੇ ਸਨ। ਸ਼ਾਇਦ ਸਾਰੀ ਤਨਖਾਹ ਉਹ ਤੁਹਾਡੇ ਤੇ ਹੀ ਉਡਾ ਰਿਹਾ ਸੀ। ਇਸ ਲਈ ਉਸਨੇ ਇਸ ਘਰ ਵਿੱਚ ਕਦੇ 1 ਰੁਪਇਆ ਵੀ ਨਹੀਂ ਦਿੱਤਾ। ਉਸ ਦੇ ਜਿਉਂਦੇ ਜੀ ਤੁਸੀਂ ਬਹੁਤ ਐਸ਼ ਕੀਤੀ ਹੈ। ਤੁਸੀਂ ਹੁਣ ਕੀ ਚਾਹੁੰਦੇ ਹੋ? ਉਹ ਔਰਤ ਮੇਰੇ ਨਾਲ ਲੜਨ ਲੱਗੀ ਅਤੇ ਮੇਰੇ ਸਾਰੇ ਘਰ ਦੀ ਤਲਾਸ਼ੀ ਲੈਣ ਲੱਗੀ। ਮੈਂ ਕਿਹਾ, ਇੱਥੇ ਕੁਝ ਨਹੀਂ ਹੈ। ਮੇਰਾ BP ਵਧਣਾ ਸ਼ੁਰੂ ਹੋ ਗਿਆ। ਮੈਨੂੰ ਉਸ ਦੇ ਵਿਵਹਾਰ ਤੋਂ ਗੁੱਸਾ ਆ ਰਿਹਾ ਸੀ ਅਤੇ ਉਹ ਔਰਤ ਬਹੁਤ ਜਿੱਦੀ ਅਤੇ ਬੇਅਕਲ ਸੀ। ਜਦੋਂ ਉਸ ਨੂੰ ਕੁਝ ਨਾ ਮਿਲਿਆ ਤਾਂ ਉਹ ਇਹ ਕਹਿ ਕੇ ਘਰੋਂ ਨਿਕਲ ਗਈ ਕਿ ਮੈਂ ਤੁਹਾਡੇ ਤੇ ਨਜ਼ਰ ਰੱਖਾਂਗੀ। ਜਦੋਂ ਉਸ ਦੇ ਪੈਸੇ ਆ ਗਏ, ਮੈਂ ਖੁਦ ਲੈਣ ਆਵਾਂਗੀ। ਮੈਨੂੰ ਸਭ ਕੁਝ ਪਤਾ ਲੱਗ ਜਾਵੇਗਾ। ਮੇਰੀ ਨੌਕਰਾਨੀ ਨੇ ਦੱਸਿਆ ਕਿ ਉਹ ਉਸ ਔਰਤ ਨੂੰ ਜਾਣਦੀ ਹੈ। ਉਹ ਬਹੁਤ ਵਿਗੜੀ ਹੋਈ ਔਰਤ ਹੈ। ਅਮੀਰ ਆਦਮੀ ਨੂੰ ਪਹਿਲਾਂ ਆਪਣੇ ਚੱਕਰ ਵਿੱਚ ਫਸਾ ਲੈਂਦੀ ਹੈ ਅਤੇ ਫਿਰ ਉਸ ਨਾਲ ਵਿਆਹ ਕਰਵਾ ਲੈਂਦੀ ਹੈ ਅਤੇ ਫਿਰ ਬਾਅਦ ਵਿੱਚ ਉਸ ਦੇ ਸਾਰੇ ਪੈਸੇ ਲੈ ਲੈਂਦੀ ਹੈ ਜਾਂ ਤਲਾਕ ਦੇ ਨਾਂ ਤੇ ਬੱਚਿਆਂ ਦਾ ਖਰਚਾ ਮੰਗਦੀ ਹੈ। ਹੁਣ ਪਤਾ ਨਹੀਂ ਉਸਨੇ ਅਜਿਹਾ ਕਿਉਂ ਕੀਤਾ, ਪਰ ਉਹ ਚੰਗੀ ਔਰਤ ਨਹੀਂ ਹੈ। ਇਹ ਸਾਰਾ ਆਂਢ ਗੁਆਂਢ ਜਾਣਦਾ ਹੈ। ਮੈਂ ਕਿਹਾ, ਮੇਰੀ ਜ਼ਿੰਦਗੀ ਵਿੱਚ ਕੁਝ ਵੀ ਚੰਗਾ ਨਹੀਂ ਹੋ ਸਕਦਾ। ਮੇਰੇ ਪਤੀ ਨੇ ਮੈਨੂੰ ਜਿਉਂਦੇ ਜੀ ਹੀ ਤੰਗ ਕੀਤਾ ਅਤੇ ਮਰਨ ਤੋਂ ਬਾਅਦ ਵੀ ਉਸਨੇ ਮੇਰੇ ਗਲੇ ਇੱਕ ਮੁਸੀਬਤ ਪਾ ਦਿੱਤੀ। ਮੈਂ ਕੀ ਕਰਾਂ? ਮੇਰੇ ਪਤੀ ਨੂੰ ਮਰੇ ਹੋਏ ਹਜੇ ਕੁਝ ਕੁ ਸਮਾਂ ਹੀ ਹੋਇਆ ਸੀ। ਮੈਂ ਆਪਣੇ ਪਤੀ ਬਾਰੇ ਬਾਰ-ਬਾਰ ਸੋਚਦੀ ਸੀ ਕਿ ਉਹ ਸਟੋਰ ਰੂਮ ਵੱਲ ਇਸ਼ਾਰਾ ਕਿਉਂ ਕਰਦਾ ਸੀ। ਉਹ ਆਪਣੇ ਆਖਰੀ ਪਲਾਂ ਵਿੱਚ ਹੀ ਇਹੀ ਇਸ਼ਾਰਾ ਕਰ ਰਿਹਾ। ਉਸ ਦੀ ਯਾਦ ਮੇਰੇ ਦਿਲ ਵਿੱਚ ਵੱਸ ਗਈ ਸੀ। ਔਰਤ ਵੀ ਬੜੀ ਅਜੀਬ ਹੈ। ਜਦੋਂ ਉਹ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਉਸ ਦੀ ਬੇਵਫਾਈ ਨੂੰ ਵੀ ਮਾਫ ਕਰ ਦਿੰਦੀ ਹੈ, ਪਰ ਮਰਦਾਂ ਕੋਲ ਇੰਨੀ ਸਹਿਣ ਸ਼ਕਤੀ ਨਹੀਂ ਹੁੰਦੀ। ਮੈਨੂੰ ਅਜੇ ਤੱਕ ਵੀ ਸਮਝ ਨਹੀਂ ਆਈ ਕਿ ਮੇਰੇ ਪਤੀ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ, ਜਦੋਂ ਕਿ ਮੈਂ ਉਸ ਨੂੰ ਹਮੇਸ਼ਾ ਪਿਆਰ ਕੀਤਾ ਹੈ। ਮੈਂ ਆਪਣੇ ਘਰ ਤੋਂ ਇਹ ਸੋਚ ਕੇ ਆਈ ਸੀ ਕਿ ਮੈਂ ਹਮੇਸ਼ਾ ਆਪਣੇ ਪਤੀ ਦਾ ਸਾਥ ਦੇਵਾਂਗੀ। ਦੇਖਣ ਵਿੱਚ ਮੈਂ ਵੀ ਸੋਹਣੀ ਸੀ, ਪਰ ਸ਼ਾਇਦ ਉਹਨਾਂ ਦੇ ਦਿਲ ਵਿੱਚ ਥਾਂ ਨਾ ਬਣਾ ਸਕੀ। ਔਰਤ ਸੁੰਦਰ ਹੈ ਜਾਂ ਨਹੀਂ,
ਇਹ ਬੰਦੇ ਦੀਆਂ ਅੱਖਾਂ ਤੈਅ ਕਰਦੀਆਂ ਹਨ। ਜੇ ਕਿਸੇ ਬੰਦੇ ਨੂੰ ਇੱਕ ਵਾਰੀ ਕੋਈ ਔਰਤ ਸੋਹਣੀ ਲੱਗ ਜਾਵੇ ਤਾਂ ਉਹ ਨਾ ਵੀ ਸੋਹਣੀ ਹੋਵੇ ਤਾਂ ਵੀ ਉਹ ਉਸ ਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖਦਾ ਹੈ, ਤੇ ਕਈ ਵਾਰ ਬਹੁਤ ਸੋਹਣੀ ਔਰਤ ਵੀ ਬੰਦੇ ਦੇ ਦਿਲ ਨੂੰ ਚੰਗੀ ਨਹੀਂ ਲੱਗਦੀ। ਮੈਂ ਉਸ ਤਰ੍ਹਾਂ ਦੀਆਂ ਔਰਤਾਂ ਵਿੱਚੋਂ ਸੀ। ਅੱਜ ਕੱਲ੍ਹ ਮੇਰੀ ਹਾਲਤ ਇਸ ਤਰ੍ਹਾਂ ਸੀ ਕਿ ਹੁਣ ਸਾਰਾ ਦਿਨ ਰੋਂਦੀ ਰਹਿੰਦੀ ਸੀ, ਖਾਣਾ ਵੀ ਨਹੀਂ ਖਾਂਦੀ ਸੀ, ਹਰ ਵੇਲੇ ਮਨ ਤੇ ਬੋਝ ਰਹਿੰਦਾ ਸੀ। ਹੁਣ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਸੀ। ਮੇਰੀ ਉਮਰ ਅਜੇ ਬਹੁਤ ਨਹੀਂ ਸੀ। ਮੈਂ ਕਿਸੇ ਨਾਲ ਵਿਆਹ ਵੀ ਨਹੀਂ ਕਰਨਾ ਚਾਹੁੰਦੀ ਸੀ ਤੇ ਮੇਰਾ ਅਜਿਹਾ ਕੋਈ ਇਰਾਦਾ ਵੀ ਨਹੀਂ ਸੀ। ਮੈਂ ਆਪਣੀ ਜ਼ਿੰਦਗੀ ਨੂੰ ਸ਼ਾਂਤੀ ਅਤੇ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੀ ਸੀ। ਮੇਰੇ ਦਿਲ ਵਿੱਚ ਕੋਈ ਇੱਛਾ ਵੀ ਨਹੀਂ ਬਚੀ ਸੀ ਤੇ ਮੇਰੀ ਜ਼ਿੰਦਗੀ ਵਿੱਚ ਕੋਈ ਮਕਸਦ ਨਹੀਂ। ਮੈਂ ਘਰ ਹੀ ਰਹਿੰਦੀ ਸੀ। ਮੇਰੇ ਪਤੀ ਦੇ ਪੈਸੇ ਵੀ ਨਹੀਂ ਆ ਰਹੇ ਸਨ ਅਤੇ ਉਸ ਦੀ ਦੂਜੀ ਪਤਨੀ ਮੈਨੂੰ ਫੋਨ ਕਰਕੇ ਤੰਗ ਕਰਦੀ ਸੀ ਤੇ ਮੇਰੇ ਤੋਂ ਪੈਸੇ ਦੀ ਮੰਗ ਕਰਦੀ ਸੀ। ਮੇਰੇ ਕੋਲ ਸਾਰੇ ਪੈਸੇ ਖਤਮ ਹੋ ਗਏ ਸਨ। ਮੈਂ ਨੌਕਰਾਣੀ ਨੂੰ ਵੀ ਕੰਮ ਛੱਡ ਕੇ ਜਾਣ ਲਈ ਕਹਿ ਦਿੱਤਾ ਸੀ ਕਿਉਂਕਿ ਮੈਂ ਹੁਣ ਉਸ ਨੂੰ ਪੈਸੇ ਨਹੀਂ ਦੇ ਸਕਦੀ ਸੀ। ਮੈਂ ਹੈਰਾਨ ਰਹਿ ਗਈ ਜਦੋਂ ਇੱਕ ਦਿਨ ਉਹ ਆਪ ਹੀ ਆਪਣੇ ਘਰੋਂ ਮੇਰੇ ਲਈ ਖਾਣਾ ਬਣਾ ਕੇ ਲੈ ਕੇ ਆਈ ਤੇ ਕਹਿਣ ਲੱਗੀ, ਤੁਸੀਂ ਬਹੁਤ ਚੰਗੇ ਹੋ ਮੈਡਮ, ਤੁਸੀਂ ਮੇਰਾ ਬਹੁਤ ਖਿਆਲ ਰੱਖਿਆ ਹੈ। ਮੇਰੇ ਕੋਲ ਸਿਰਫ ਇੰਨਾ ਹੀ ਹੈ ਮੈਡਮ, ਮੈਂ ਤੁਹਾਡੇ ਲਈ ਸਿਰਫ ਖਾਣਾ ਲਿਆ ਸਕਦੀ ਹਾਂ। ਉਸ ਦਿਨ ਮੈਨੂੰ ਪਤਾ ਲੱਗਾ ਕਿ ਜੇਕਰ ਅਸੀਂ ਦੁਨੀਆ ਦੇ ਕਿਸੇ ਵੀ ਚੰਗੇ ਇਨਸਾਨ ਦਾ ਭਲਾ ਕਰਦੇ ਹਾਂ ਤਾਂ ਉਹ ਵੀ ਸਾਡਾ ਭਲਾ ਕਰਦਾ ਹੈ। ਉਸ ਕੋਲ ਆਪਣੇ ਕੋਲ ਕੁਝ ਵੀ ਨਹੀਂ ਸੀ। ਉਹ ਗਰੀਬ ਸੀ ਅਤੇ ਉਸ ਦੇ 4 ਬੱਚੇ ਸਨ। ਮੈਂ ਉਸ ਤੇ ਬੋਝ ਨਹੀਂ ਬਣਨਾ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ, ਜਦੋਂ ਮੇਰੇ ਹਾਲਤ ਠੀਕ ਹੋ ਜਾਣਗੇ ਤਾਂ ਮੈਂ ਤੈਨੂੰ ਕੰਮ ਤੇ ਬੁਲਾਵਾਂਗੀ ਤੇ ਤਨਖਾਹ ਵੀ ਦੇਵਾਂਗੀ। ਦੂਜੇ ਪਾਸੇ ਉਸ ਦੇ ਦਫ਼ਤਰ ਦੇ ਲੋਕ ਪੈਸੇ ਦੇਣ ਨੂੰ ਤਿਆਰ ਨਹੀਂ ਸਨ। ਸ਼ਾਇਦ ਉਹ ਆਪ ਹੀ ਪੈਸੇ ਖਾਣਾ ਚਾਹੁੰਦੇ ਸਨ। ਇੱਥੇ ਉਸ ਦੀ ਦੂਜੀ ਪਤਨੀ ਮੈਨੂੰ ਪਰੇਸ਼ਾਨ ਕਰ ਰਹੀ ਸੀ। ਮੇਰੀ ਇੱਕ ਦੋਸਤ ਸੀ ਜਿਸ ਤੋਂ ਮੈਂ ਪੈਸੇ ਉਧਾਰ ਲਏ ਸੀ ਅਤੇ ਕਿਸੇ ਨਾ ਕਿਸੇ ਤਰ੍ਹਾਂ ਖਾਣਾ ਪੀਣਾ ਚਲਾ ਰਹੀ ਸੀ। ਉਹ ਵੀ ਖਤਮ ਹੋਣ ਵਾਲੇ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਨੌਕਰਾਣੀ ਨੂੰ ਵੀ ਕੱਢ ਦਿੱਤਾ ਸੀ। ਘਰ ਵੀ ਬਹੁਤ ਗੰਦਾ ਹੋ ਰਿਹਾ ਸੀ। ਵੈਸੇ ਵੀ ਕਰਨ ਨੂੰ ਕੁਝ ਨਹੀਂ ਸੀ। ਮੈਂ ਸੋਚਿਆ ਕਿ ਮੈਂ ਅੱਜ ਸਫਾਈ ਕਰਾਂਗੀ। ਮੈਂ ਸਟੋਰ ਰੂਮ ਵਿੱਚ ਚਲੀ ਗਈ। ਉੱਥੇ ਜਾਂਦੇ ਹੀ ਮੈਨੂੰ ਆਪਣੇ ਪਤੀ ਦੀ ਯਾਦ ਆਉਣ ਲੱਗੀ। ਮੈਂ ਸੋਚਣ ਲੱਗੀ, ਉਸ ਨੇ ਇੱਥੇ ਬਾਰ-ਬਾਰ ਇਸ਼ਾਰਾ ਕਿਉਂ ਕੀਤਾ ਕਿ ਅਚਾਨਕ ਮੇਰਾ ਪੈਰ ਤਿਲਕ ਗਿਆ ਅਤੇ ਮੇਰਾ ਹੱਥ ਕੰਧ ਨਾਲ ਜਾ ਟਕਰਾਇਆ, ਜਿਸ ਨਾਲ ਮੇਰੇ ਗੁੱਟ ਤੇ ਸੱਟ ਲੱਗ ਗਈ ਤੇ ਉੱਥੇ ਇੱਕ ਟਾਇਲ ਟੁੱਟ ਗਈ। ਜਦੋਂ ਮੈਂ ਉਸ ਪਾਸੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਮੇਰੀਆਂ ਅੱਖਾਂ ਕੀ ਦੇਖ ਰਹੀਆਂ ਹਨ। ਇਸ ਕੰਧ ਦੇ ਪਿੱਛੇ ਇੱਕ ਕਮਰਾ ਬਣਿਆ ਹੋਇਆ ਸੀ ਅਤੇ ਇਸ ਵਿੱਚ ਇੱਕ ਤਿਜੋਰੀ ਬਣਾਈ ਹੋਈ ਸੀ। ਜਦੋਂ ਮੈਂ ਅੰਦਰ ਗਈ ਤਾਂ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ। ਅੰਦਰ ਬਹੁਤ ਸਾਰੀ ਦੌਲਤ ਸੀ, ਸੋਨਾ, ਚਾਂਦੀ ਅਤੇ ਪਤਾ ਨਹੀਂ ਹੋਰ ਕੀ ਸੀ। ਮੈਂ ਸਮਝ ਗਈ ਕਿ ਮੇਰਾ ਪਤੀ ਸਟੋਰ ਵੱਲ ਇਸ਼ਾਰਾ ਕਿਉਂ ਕਰਦਾ ਸੀ, ਪਰ ਉਹ ਦੱਸ ਨਹੀਂ ਸਕਿਆ। ਮੇਰਾ ਪਤੀ ਰਿਸ਼ਵਤ ਲੈਣ ਲਈ ਬਹੁਤ ਮਸ਼ਹੂਰ ਸੀ। ਸ਼ਾਇਦ ਇਹ ਸਾਰਾ ਕੁਝ ਉਸੇ ਰਿਸ਼ਵਤ ਦਾ ਸੀ। ਮੈਂ ਉੱਥੇ ਸਾਰਾ ਸਮਾਨ ਬਾਹਰ ਕੱਢ ਕੇ ਉਸ ਥਾਂ ਨੂੰ ਬੰਦ ਕਰਕੇ ਪਹਿਲਾਂ ਵਰਗਾ ਬਣਾ ਦਿੱਤਾ ਤਾਂ ਕਿ ਕੋਈ ਥਾਂ ਨੂੰ ਲੱਭ ਨਾ ਸਕੇ। ਅਗਲੇ ਦਿਨ ਮੈਂ ਨੌਕਰਾਣੀ ਨੂੰ ਬੁਲਾਇਆ ਅਤੇ ਘਰ ਦਾ ਸਾਰਾ ਸਮਾਨ ਪੈਕ ਕਰਨ ਲਈ ਕਿਹਾ। ਮੈਂ ਇੱਥੋਂ ਜਾ ਰਹੀ ਹਾਂ। ਵੈਸੇ ਵੀ ਮਕਾਨ ਕਿਰਾਏ ਤੇ ਹੈ। ਮੈਂ ਸੋਚ ਰਹੀ ਸੀ ਮੈਂ ਦੌਲਤ ਦਾ ਕੁਝ ਹਿੱਸਾ ਆਪਣੇ ਪਤੀ ਦੀ ਦੂਜੀ ਪਤਨੀ ਨੂੰ ਦਿਆਂਗੀ, ਪਰ ਨੌਕਰਾਣੀ ਨੇ ਦੱਸਿਆ ਕਿ ਉਹ ਦੋਵੇਂ ਬੱਚੇ ਉਸ ਦੇ ਨਹੀਂ ਸਨ। ਉਹ ਝੂਠ ਬੋਲ ਰਹੀ ਸੀ। ਉਹ ਬੱਚੇ ਕਿਸੇ ਹੋਰ ਦੇ ਸਨ, ਤੁਹਾਡੇ ਪਤੀ ਦੇ ਬੱਚੇ ਨਹੀਂ ਸਨ। ਉਹ ਔਰਤ ਸਾਡੇ ਇਲਾਕੇ ਵਿੱਚ ਰਹਿੰਦੀ ਹੈ। ਕੱਲ ਇੱਕ ਆਦਮੀ ਆਇਆ ਸੀ ਤੇ ਉਹ ਆਪਣੇ ਬੱਚਿਆਂ ਨੂੰ ਲੈ ਗਿਆ। ਹੋ ਸਕਦਾ ਹੈ ਕਿ ਤੁਹਾਡੇ ਪਤੀ ਨੇ ਉਸ ਨਾਲ ਵਿਆਹ ਹੀ ਨਹੀਂ ਕੀਤਾ ਹੋਵੇ। ਉਹ ਝੂਠ ਬੋਲ ਰਹੀ ਹੋਵੇ ਕਿਉਂਕਿ ਇਸ ਤਰ੍ਹਾਂ ਦੀਆਂ ਔਰਤਾਂ ਡਰਾਮਾ ਕਰਕੇ ਪੈਸੇ ਵਸੂਲਦੀਆਂ ਹਨ। ਮੈਂ ਚੁੱਪਚਾਪ ਉਸ ਦੀਆਂ ਗੱਲਾਂ ਸੁਣਦੀ ਰਹੀ। ਮੈਂ ਨੌਕਰਾਣੀ ਨੂੰ ਉਸ ਦੀ ਤਨਖਾਹ ਅਤੇ ਕੁਝ ਪੈਸੇ ਦੇ ਦਿੱਤੇ। ਉਸ ਨੇ ਸੋਚਿਆ ਸ਼ਾਇਦ ਮੈਨੂੰ ਦਫ਼ਤਰ ਤੋਂ ਪੈਸੇ ਮਿਲ ਗਏ ਹਨ, ਪਰ ਦਫ਼ਤਰ ਦੇ ਲੋਕ ਪੈਸੇ ਖਾ ਕੇ ਬੈਠ ਗਏ ਸਨ। ਮੈਂ ਉੱਥੋਂ ਚਲੀ ਗਈ। ਮੈਂ ਉਸ ਨੂੰ ਵੀ ਕੁਝ ਸਮਾਨ ਦਿੱਤਾ ਅਤੇ ਆਪਣੇ ਨਾਲ ਕੁਝ ਸਮਾਨ ਲੈ ਕੇ ਦੂਜੇ ਸ਼ਹਿਰ ਚਲੀ ਗਈ। ਉੱਥੇ ਹੀ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਜ ਮੇਰੇ ਕੋਲ ਘਰ ਹੈ, ਕਾਰ ਵੀ ਹੈ ਅਤੇ ਮੈਂ ਆਪਣੇ ਪਤੀ ਦੇ ਨਾਂ ਤੇ ਅਨਾਥ ਆਸ਼ਰਮ ਬਣਾ ਰਹੀ ਹਾਂ ਕਿਉਂਕਿ ਪੈਸਾ ਉਹਨਾਂ ਦਾ ਹੀ ਸੀ।
ਉਹ ਮੈਨੂੰ ਇਹ ਪੈਸੇ ਦੇਣਾ ਵੀ ਨਹੀਂ ਚਾਹੁੰਦਾ ਸੀ, ਪਰ ਸ਼ਾਇਦ ਇਹ ਮੇਰੀ ਕਿਸਮਤ ਸੀ ਕਿ ਇਹ ਪੈਸਾ ਮੈਨੂੰ ਹੀ ਮਿਲੇ। ਮੈਂ ਇਸ ਪੈਸੇ ਨਾਲ ਕੋਈ ਚੰਗਾ ਕੰਮ ਕਰਨਾ ਚਾਹੁੰਦੀ ਸੀ। ਇਹ ਸਭ ਕੁਝ ਅਜੀਬ ਲੱਗਦਾ ਹੈ, ਪਰ ਮੇਰਾ ਪਤੀ ਮੇਰੇ ਤੋਂ 15 ਸਾਲ ਵੱਡਾ ਸੀ। ਉਸ ਨੇ ਇਹ ਪੈਸਾ ਸਾਲਾਂ ਤੋਂ ਇਕੱਠਾ ਕੀਤਾ ਸੀ, ਪਰ ਖਰਚ ਨਹੀਂ ਕਰ ਸਕਿਆ। ਇਹ ਜ਼ਿੰਦਗੀ ਹੈ, ਇਸ ਵਿੱਚ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਹੁਣ ਮੈਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੀ। ਇਸ ਲਈ ਮੈਂ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ। ਮੈਂ ਅੱਗੇ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਮੈਂ ਚੰਗੀ ਨੌਕਰੀ ਕਰ ਸਕਾਂ, ਕਿਉਂਕਿ ਤੁਹਾਡੇ ਕੋਲ ਭਾਵੇਂ ਕਿੰਨਾ ਵੀ ਧਨ ਦੌਲਤ ਹੋਵੇ, ਪਰ ਇਹ ਇੱਕ ਦਿਨ ਖਤਮ ਹੋ ਜਾਂਦੀ ਹੈ। ਮੈਂ ਆਪਣੇ ਪਤੀ ਨੂੰ ਖੁਸ਼ੀ ਨਾਲ ਯਾਦ ਕਰਦੀ ਹਾਂ ਅਤੇ ਪ੍ਰਮਾਤਮਾ ਅੱਗੇ ਉਸ ਦੀ ਆਤਮਾ ਲਈ ਪ੍ਰਾਰਥਨਾ ਕਰਦੀ ਹਾਂ। ਉਹ ਜਿਵੇਂ ਵੀ ਸੀ, ਮੇਰੇ ਪਤੀ ਸੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।